ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਅਸੀਂ ਪਹੁੰਚੇ ਹੋਏ ਹਾਂ ਗਾਜ਼ੀਪੁਰ ਬਾਰਡਰ ਤੇ। ਗਾਜ਼ੀਪੁਰ ਬਾਰਡਰ ਉਹ ਹੈ ਜਿਹੜਾ ਯੂਪੀ ਤੇ ਦਿੱਲੀ ਨੂੰ ਜੋੜਦਾ ਹੈ। ਇੱਥੇ ਕੁਝ ਗਾਜ਼ੀਪੁਰ ਬਾਰਡਰ ਤੇ ਕੁਝ ਕਿਸਾਨ ਨੇ ਜਿਹੜੇ ਸਿੱਖ ਚਿਹਰੇ ਵੀ ਨੇ ਤੇ ਕਿਸਾਨ ਵੀ ਨੇ, ਜਿਹੜੇ ਇੱਥੇ ਗਾਜ਼ੀਪੁਰ ਬਾਰਡਰ ਤੇ ਪਹੁੰਚੇ ਹੋਏ ਨੇ। ਤੇ ਜਿਹੜਾ ਮੀਂਹ ਹੈ ਲਗਾਤਾਰ ਕੱਲ੍ਹ ਤੋਂ ਪੈ ਰਿਹਾ ਹੈ, ਬਹੁਤ ਜ਼ਿਆਦਾ ਠੰਡ ਹੋਈ ਪਈ ਹੈ, ਪਰ ਫਿਰ ਵੀ ਇੱਥੇ ਲੋਕ ਡਟੇ ਹੋਏ ਨੇ। ਕਿਸਾਨ ਜਿਹੜੇ ਵੀਰ ਨੇ ਉਹ ਡਟੇ ਹੋਏ ਨੇ। ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਵੀਰ ਇੱਥੇ ਆਏ ਹੋਏ ਨੇ ਉਹਨਾਂ ਨਾਲ, ਕਿ ਇੰਨੀ ਠੰਡ ਦੇ ਵਿੱਚ ਵੀ ਉਹ ਬੈਠੇ ਨੇ ਤੇ ਮੋਦੀ ਸਰਕਾਰ ਜਿਹੜਾ ਝੁਕਣ ਦਾ ਨਾਮ ਨਹੀਂ ਲੈ ਰਹੀ ਹੈ। ਸੋ ਦੋਸਤੋ, ਜਿਹੜੇ ਵੀਰ ਆਏ ਹੋਏ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਇੰਨੀ ਠੰਡ ਦੇ ਵਿੱਚ ਵੀ ਇੱਥੇ ਡੇਰਾ ਲਾ ਕੇ ਬੈਠੇ ਹੋਏ ਨੇ, ਜਦੋਂ ਕਿ ਮੋਦੀ ਸਰਕਾਰ ਝੁਕਣ ਦਾ ਨਾਮ ਨਹੀਂ ਲੈ ਰਹੀ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਡੀ ਟੀਵੀ। मैं सरदार सुरेंद्र सिंह फलौदिया, प्रदेश अध्यक्ष ऑल इंडिया सिख प्रतिनिधि बोर्ड। साढ़े मानयोग कौमी प्रधान सरदार हरपाल सिंह जग्गी साहब, चरणजीत सिंह जी और काफ़ी तराई लखनऊ पश्चिम उत्तर प्रदेश तो वाहवा किसान इत्थे पहुँचे ने। ਵੇਖੋ ਜੀ, ਅੱਜ ਜਿਹੜਾ ਕਿਸਾਨ ਹੈਗਾ ਇਹ ਆਪਣੀ ਲੜਾਈ ਨਹੀਂ ਲੜਦਾ ਪਿਆ। ਇਹ ਪੂਰੇ ਹਿੰਦੁਸਤਾਨ ਦੀ ਜਿਹੜੀ ਆਮ ਜਨਤਾ ਹੈ, ਜਿਹੜੇ ਉਪੇਕਸ਼ਿਤ ਨੇ, ਜਿਹੜੇ ਗਰੀਬ ਨੇ, ਉਹਨਾਂ ਦੀ ਲੜਾਈ ਅੱਜ ਲੜ ਰਿਹਾ ਹੈਗਾ। ਆ ਜਿਹੜਾ ਕਾਨੂੰਨ ਬਣਾਇਆ ਹੈ, ਆ ਤੁਸੀਂ ਮੀਂਹ ਦੀ ਗੱਲ ਕੀਤੀ, ਹੁਣ ਬਰਸਾਤ ਦੀ। ਬਰਸਾਤ ਦਾ ਮਸਲਾ ਤੁਸੀਂ ਆਪ ਵੇਖੋ, ਦੋ ਬੰਦਿਆਂ ਦੇ ਖਾਤਰ, ਅਡਾਨੀ ਤੇ ਅੰਬਾਨੀ ਦੇ ਖਾਤਰ। ਅੱਜ ਦੇਸ਼ ਦਾ ਜਿਹੜਾ 75% ਪੋਪੂਲੇਸ਼ਨ ਕਿਸਾਨਾਂ ਦੀ ਹੈ, ਜੱਟਾਂ ਦੀ ਹੈ, ਠੀਕ ਹੈ ਜੀ। ਉਹਨਾਂ ਨੂੰ ਸਾਰਿਆਂ ਨੂੰ ਦਾਅ 'ਚ ਲਾਇਆ ਹੈਗਾ ਸਰਕਾਰ ਨੇ। ਆਪਣੀ ਤਾਂ ਇੱਕੋ ਹੀ ਮੰਗ ਹੈ ਕਿ ਇਹ ਜਿਹੜੀ ਬਰਸਾਤ ਹੈ, ਬਰਸਾਤ ਤੋਂ ਕਿਸਾਨ ਨਹੀਂ ਡਰਦਾ। ਇਹ ਤਾਂ ਪਹਿਲਾਂ ਵੀ ਸਰਸਾ ਨਦੀ ਦੇ ਵਿੱਚ ਕਿੰਨੀ ਵਾੜ ਆਈ, ਹੋਰ ਕਿਸਾਨ ਤੇ ਦਿੱਲੀ ਤੋਂ ਪਹਿਲਾਂ ਲੜਦੇ ਹੀ ਆਏ ਨੇ। ਤੇ ਇੱਕੋ ਹੀ ਬੇਨਤੀ ਹੈਗੀ ਜੀ, ਆ ਜਿਹੜਾ ਕਾਲਾ ਕਾਨੂੰਨ ਬਣਾਇਆ ਹੈਗਾ ਇਹ ਸਰਕਾਰ ਵਾਪਸ ਲੈਣ ਤੇ ਕਿਸਾਨ ਆਪਣੇ ਘਰ ਤੇ ਸਰਕਾਰ ਆਪਣੇ ਘਰ। ਪ੍ਰਧਾਨ ਜੀ, ਸਵਾਗਤ ਹੈ ਤੁਹਾਡਾ ਸਾਡੀ ਟੀਵੀ ਤੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਧਾਨ ਜੀ, ਜਿਹੜਾ ਦੋ ਕਾਨੂੰਨ ਸਰਕਾਰ ਨੇ ਵਾਪਸ ਲੈਣ ਦੀ ਗੱਲ ਆਖੀ ਹੈ, ਕੀ ਸਮਝਦੇ ਹੋ ਕਿ ਉਹ ਸਰਕਾਰ ਦਾ ਪ੍ਰੋਪੋਗੰਡਾ ਹੈ ਜਾਂ ਵਾਕਈ ਸਰਕਾਰ ਕਿਸਾਨਾਂ ਦੇ ਅੱਗੇ ਝੁਕਣ ਨੂੰ ਤਿਆਰ ਹੈ? ਸਰਕਾਰ ਖਾਲੀ ਟਾਈਮ ਖਰੀਦ ਰਹੀ, टाइम बाई कर रही है। वो इस अंदोलन तो बहुत ज़्यादा त्रस्त है, परेशान है, क्योंकि यह अंदोलन जो होया है यह ना तो संसार कभी अगे होगा, ना यह पहले कभी होया है। इतना वड्डा अखट अज तक किसी ने नहीं देखा। किसान की हस्ती ते शक्ति दे अगे सरकार नमस्तक हो गई और होना भी पेगा, क्योंकि अज किसान की समस्या खाली नहीं रह गई। यह किसान की समस्या तो लैके देश दे जिन्ने भी साडे देशवासी हैं उन्होंने समस्या है। जे भंडारण की नीति जो उन्होंने अडॉप्ट की, जिथे अडानी अंबानी और वॉलमार्ट ਨੂੰ ਜਿੱਥੇ ਇਹਨਾਂ ਨੇ बढ़ावा देने की कोशिश की है, तो 2 रुपए की चीज़ 200 रुपए विकूगी तो लोगों का आम जनता का की होगा। तो नाले जिस तरह तराई में तुम आप देख रहे हो कि उत्थे तुहाडा पशु चारा के रूप से उसनूं दिखा के बहाने बना के जमीन खो लीती जाती, जिथे कि 60-65 साल तो किसान बंजर जमीन जो कि उपजाऊ जमीन ही सी, उपजाऊ जमीन करके जिथे शेर चीते आते सी, उस जमीन नूं पंजाब जैसी भरी जमीन बनाता। हुण वो जमीन मोदी साहब उसी तरह खिंच रहे हैं जिस तरह कच्छ ते उन्होंने जिथे जिथे साडे फार्मर सी, जिस तरह कच्छ ते उन्होंने काम किया, वो तराई के अंदर वो काम करते पे हैं। तो नाले ही अगर तुसी अज असी ना चेते, ये किसान पूरे देश के किसान और सारे देश के किसानों को जुड़ना चाहिए, क्योंकि जो मोदी साहब का जो है 2 कानून का सिस्टम है वो बिल्कुल गलत है। तीनों जो इन्हों के किसान के कानून हो निरस्त होके सांझीवालता के नाल सब दी सहमति के नाल कानून दोबारा पारित होना चाहिए। इसी यह साड़ी मंग है, और जब तक यह मंग नहीं होगी, ऑल इंडिया सिख प्रतिनिधि बोर्ड पूरे टाइम जब तक साढ़े अंदर श्वास है, अगर एक चीज़ वापस नहीं हुई तो असीं संघर्ष कर देना। प्रधान जी, एक गल हो रहा है, ਜਿਹੜੇ ਸਾਡੇ ਕਿਸਾਨ ਵੀਰ ਬੈਠੇ ਹੋਏ ਨੇ ਉਹ 3 ਕਾਨੂੰਨ ਬੇਸਿਕਲੀ ਗੱਲ ਕਰਦੇ ਨੇ, ਪਰ ਜਿਹੜੇ ਆ 2 ਕਾਨੂੰਨ ਉਹਨਾਂ ਨੇ ਵਾਪਸ ਲੈਣ ਦੀ ਗੱਲ ਕਹੀ ਹੈ। ਇਹ ਤਾਂ ਅਸੀਂ ਗੱਲ ਹਲੇ ਤੱਕ ਕੀਤੀ ਨਹੀਂ, ਇਹ ਤਾਂ ਹਲੇ ਗੱਲ ਕਰਨੀ ਸੀ। ਕੀ ਸਮਝਦੇ ਹੋ, ਇਹ ਸਰਕਾਰ ਦਾ ਇੱਕ ਬਹੁਤ ਵੱਡਾ ਪ੍ਰੋਪੋਗੰਡਾ ਹੋ ਸਕਦਾ ਹੈ ਵੀ ਇਹਨਾਂ ਨੂੰ ਅਸੀਂ ਥੋੜਾ ਜਿਹਾ ਸੈੱਟ ਕਰ ਦਈਏ ਤੇ ਵਾਪਸ ਚਲੇ ਜਾਣ, ਉਹ 3 ਕਾਨੂੰਨ ਉੱਦਾਂ ਹੀ ਰਹਿ ਜਾਣ? ਇਹ ਖਾਲੀ ਨਿਊਟਰਲਾਈਜ਼ ਕਰਨ ਦਾ ਤਰੀਕਾ ਹੈ। ਅਸੀਂ ਹਲੇ ਪਰਾਲੀ ਦੀ ਗੱਲ ਤੇ ਨਹੀਂ ਕੀਤੀ ਸੀ, ਕਿ ਪਰਾਲੀ ਦੀ ਗੱਲ ਕੀਤੀ ਸੀ, ਉਹ ਖਾਲੀ ਪਰਾਲੀ ਦੀ ਗੱਲ ਕਰਕੇ ਕਰਨਾ ਚਾਹੁੰਦੇ। ਠੀਕ ਹੈ, ਪਰਾਲੀ ਬੜਾ ਇੰਪੋਰਟੈਂਟ ਇੱਕ ਮੁੱਦਾ ਰਿਹਾ, पर यह पराली की गल करके बाकी चीज़ों करके कानून न्यूट्रलाइज करने का काम करते पे। मेन गल आती है MSP ते, MSP ते हले भी उन्होंने अंदर खोट पिया है, MSP ते हले भी खोट है। मेन गल आती है जो कॉन्ट्रैक्ट फार्मिंग है, जो कॉन्ट्रैक्ट फार्मिंग है वो किसी ना किसी तरीके लागू करना चाहते। एक पूछना चाहता मोदी साहब को, इन्होंने स्वामीनाथन कानून जो पॉइंट सी बिंदु वो कहते असीं लै लिते, किहड़े इन्होंने बिंदु लिते, वो सब के सामने उजागर क्यों नहीं करते? स्वामीनाथन रिपोर्ट क्यों नहीं सब के सामने उजागर कर रहे? यह सब तो वड्डी गल है।
और जितने भी किसान जथेबंदियां हैं, गुरु महाराज की अपार किरपा है, जब तक ये 3 कानून रद्द नहीं होणगे किसान इत्थों हटणगे नहीं। और फिर अगे शहरों से पहुँच के जिथे जिथे इन्हों के वड्डे वड्डे FDI वालियां दे वॉलमार्ट हैं, जिथे जिथे बिग बाजार हैं, उन्होंने अगे भी संघर्ष चालू हो जाएगा। ਪ੍ਰਧਾਨ ਜੀ ਕੀ ਲੱਗਦਾ ਹੈ ਇਹ 3 ਕਾਨੂੰਨ ਵਾਪਸ ਹੋਣ ਤੋਂ ਬਾਅਦ ਵੀ ਕਿਸਾਨਾਂ ਨੂੰ ਬੈਠੇ ਰਹਿਣਾ ਚਾਹੀਦਾ ਹੈ? ਜਿਹੜੀ ਸਵਾਮੀਨਾਥਨ ਰਿਪੋਰਟ ਹੈ ਉਹ ਲਾਗੂ ਕਰਾ ਕੇ ਹੀ ਉੱਠਣਾ ਚਾਹੀਦਾ, ਕਿਉਂਕਿ ਜਿਹੜੀ MSP ਦੀ ਜਿਹੜੀ ਆਪਾਂ ਗੱਲ ਕਰਦੇ ਆ, ਜਦੋਂ MSP ਸੀਗੀ ਕਿਸਾਨ ਤਾਂ ਖੁਦਕੁਸ਼ੀਆਂ ਉਦੋਂ ਵੀ ਕਰਦੇ ਸੀ। ਕੀ ਲੱਗਦਾ ਇਹਦੇ ਬਾਰੇ? स्वामीनाथन रिपोर्ट के अलावा किसानों को कोई भी गल नहीं मननी चाहिए। अज एक बड़ा मंदभागा काम होया है। 50 तो उत्ते जो मेरी जानकारी 50 तो उत्ते साडे किसान वीर शहीद हो गए। बाबा राम सिंह जैसी शख्सियत शहीद हो गई। और दुख की गल है कि मोदी साहब वालों एक शब्द भी 2 शब्द किसानों वास्ते नहीं निकले। इत्थे किसान ठंड ते पेन, किसान मर रहे हैं, एक भी शब्द इन्हां वास्ते नहीं निकलिया। तो मोदी साहब चाहते कि मोदी साहब खाली अडानी अंबानी दे ही उन्होंने आंसू पोछण वास्ते हैं, किसानों के आंसू पोछण वास्ते नहीं हैं। पर किसान जो है वो जो है एक ऐसी कौम है, किसान चाहे हिंदू सिख मुस्लिम कोई भी हो, वो एक मजहब है। और किसान जो है वो देश की अर्थव्यवस्था की रीढ़ हड्डी है। किसान देश का विकास है, किसान देश का भविष्य है। किसान के अंदर ही फौज है। कहते हैं जय जवान जय किसान। तो उस नारे को बुलंद करते हुए अगर मोदी सरकार नहीं चेती तो यह सोच लो मोदी सरकार ने फिर कभी अगे आना नहीं है। वो डिक्टेटरशिप नहीं बंद कर देन, यही चंगा। ਇਹ ਤਾਨਾਸ਼ਾਹੀ ਜਿਹੜੀ ਹੈਗੀ ਹੈ ਇਹ ਬੰਦ ਕਰ ਦੇਣ। ਸੋ ਸਾਡੇ ਨਾਲ ਬਾਬਾ ਹਰਦੀਪ ਸਿੰਘ ਢਿਬੜਵਾ ਜੀ ਵੀ ਮੌਜੂਦ ਨੇ। ਇਹ ਬਾਬਾ ਜੀ ਕੱਲ ਨੂੰ ਮੀਟਿੰਗ ਹੋਣੀ ਹੈ ਮੋਦੀ ਸਰਕਾਰ ਦੇ ਨਾਲ, ਕੀ ਲੱਗਦਾ ਤੁਹਾਨੂੰ ਮੀਟਿੰਗ ਦੇ ਵਿੱਚੋਂ ਕੀ ਨਿਕਲ ਕੇ ਸਾਹਮਣੇ ਆਏਗਾ, ਜਾਂ ਇਹ ਵੀ ਮੀਟਿੰਗ ਪਹਿਲਾਂ ਵਾਂਗੂ ਬੇਸਿੱਟਾ ਨਿਕਲ ਜਾਊਗੀ? देखो मूवमेंट तो जिस तरह का अपनी मूवमेंट चल रही है और जिस तरह ਦੀਆਂ ਪਹਿਲੀਆਂ ਸਾਰੀਆਂ 6-7 ਜਿਹੜੀਆਂ ਮੀਟਿੰਗਸ ਹੋਈਆਂ ਨੇ, ਔਰ ਮੈਨੂੰ ਨਹੀਂ ਲੱਗਦਾ ਕਿ ਇਸ ਮੀਟਿੰਗ ਦੇ ਵਿੱਚ ਅਸੀਂ ਕੋਈ ਬਹੁਤ ਕੁਝ ਹਾਸਲ ਕਰ ਜਾਵਾਂਗੇ, ਕਿਉਂਕਿ ਸਰਕਾਰ ਸਿਰਫ ਇੱਕ ਉਮੀਦ ਲੈ ਕੇ ਬੈਠੀ ਆ ਕਿ ਇਹਨਾਂ ਨੂੰ ਥਕਾ ਦਿੱਤਾ ਜਾਵੇ ਜਾਂ ਇਹਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਤੱਤ ਵਾੜ ਕੇ ਔਰ ਇਸ ਮੂਵਮੈਂਟ ਨੂੰ ਖੰਡਾ ਦਿੱਤਾ ਜਾਵੇ। ਔਰ ਜਦੋਂ ਨੀਅਤ ਖਰਾਬ ਹੋਵੇ, ਨੀਅਤ ਵਿੱਚ ਖੋਟ ਹੋਵੇ, ਉਦੋਂ ਬਹੁਤ ਜ਼ਿਆਦੀਆਂ ਉਮੀਦਾਂ ਨਹੀਂ ਕੀਤੀਆਂ ਜਾ ਸਕਦੀਆਂ। ਔਰ ਮੈਨੂੰ ਨਹੀਂ ਲੱਗਦਾ ਕਿ ਕੱਲ੍ਹ ਦੀ ਜਿਹੜੀ 4 ਤਰੀਕ ਦੀ ਮੀਟਿੰਗ ਆ ਅਸੀਂ ਉਹਦੇ ਵਿੱਚ ਕੋਈ ਬਹੁਤ ਕੁਝ ਹਾਸਲ ਕਰ ਲਾਂਗੇ। ਹਾਲਾਂਕਿ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਇਹ ਪ੍ਰੋਗਰਾਮ ਅਨਾਉਂਸ ਕੀਤੇ ਗਏ ਆ, ਉਹ ਇੱਕ ਬਹੁਤ ਵੱਡਾ ਦਬਾਅ ਸਰਕਾਰ ਦੇ ਉੱਤੇ ਆ ਗਿਆ ਹੈ। ਜਿਹੜਾ 26 ਤਰੀਕ ਦਾ ਪ੍ਰੋਗਰਾਮ ਹੈ, 23 ਦਾ ਪ੍ਰੋਗਰਾਮ ਹੈ, ਜਾਂ ਹੁਣ ਨੈਕਸਟ ਅਗਲੇ 1-2 ਦਿਨਾਂ ਦਾ ਜਿਹੜਾ ਪ੍ਰੋਗਰਾਮ ਹੈ, ਇਹ ਪ੍ਰੋਗਰਾਮ ਉਲੀਕਣ ਤੋਂ ਬਾਅਦ ਸਰਕਾਰ ਜਿਹੜੀ ਆ ਉਹ ਦਬਾਅ 'ਚ ਹੈ। ਔਰ ਦਬਾਅ ਵਿੱਚ ਆਈ ਹੋਈ ਸਰਕਾਰ ਹੋ ਸਕਦਾ ਹੈ ਜੇ ਉਹਨੂੰ ਕੋਈ ਸਦਬੁੱਧੀ ਕੋਈ ਪਰਮਾਤਮਾ ਦੇਵੇ ਜਾਂ ਮੋਦੀ ਦੇ ਦਿਨ ਚੰਗੇ ਹੋਣ ਤੇ ਹੋ ਸਕਦਾ ਹੈ ਕਿ ਕੱਲ ਫੈਸਲਾ ਹੋ ਜਾਵੇ, ਪਰ ਮੈਨੂੰ ਬਹੁਤ ਹੀ ਜ਼ਿਆਦਾ ਉਮੀਦ ਨਹੀਂ ਹੈ। ਬਾਬਾ ਜੀ ਜਿਹੜਾ 26 ਤਰੀਕ ਦਾ ਪ੍ਰੋਗਰਾਮ ਲਿਖਿਆ ਹੈ ਕਿਸਾਨ ਜਥੇਬੰਦੀਆਂ ਵੱਲੋਂ, ਕੀ ਲੱਗਦਾ ਹੈ ਜਦੋਂ ਇਹ ਕਿਸਾਨ ਦਿੱਲੀ ਵੱਲ ਕੂਚ ਕਰਨਗੇ, ਸਰਕਾਰਾਂ ਰੋਕਣ ਦੀ ਕੋਸ਼ਿਸ਼ ਕਰਨਗੀਆਂ, ਫਿਰ ਇੱਕ ਵਾਰੀ ਹੱਥਾਪਾਈ ਹੋਣ ਦੇ ਆਸਾਰ ਹੋ ਸਕਦੇ ਨੇ 26 ਤਰੀਕ ਨੂੰ? ਦੇਖੋ ਮੈਂ ਇਹਨੂੰ ਦੂਸਰੇ ਤਰੀਕੇ ਨਾਲ ਦੇਖਦਾ, ਕਿਉਂਕਿ ਇਹ ਹੁਣ ਜਿਸ ਸਿਖਰ 'ਤੇ ਅੰਦੋਲਨ ਪਹੁੰਚ ਚੁੱਕਾ, ਇਹ ਇਕੱਲਾ ਹੁਣ ਹਿੰਦੁਸਤਾਨ ਦੀਆਂ ਹੱਦਾਂ ਵਿੱਚ ਅੰਦੋਲਨ ਨਹੀਂ ਹੈ, ਇਹ ਵਿਸ਼ਵ ਪੱਧਰੀ ਅੰਦੋਲਨ ਹੋ ਚੁੱਕਾ ਹੈ। ਅੱਜ ਦੁਨੀਆ ਦੀਆਂ ਬਹੁਤ ਵੱਡੀਆਂ ਸ਼ਖਸੀਅਤਾਂ ਜਿਹੜੀਆਂ ਉਹਨਾਂ ਨੇ ਇਸ ਅੰਦੋਲਨ 'ਤੇ ਆਪਣੀ ਚਿੰਤਾ ਜ਼ਾਹਰ ਕੀਤੀ ਹੈ। ਚਿੱਠੀਆਂ ਲਿਖ ਕੇ ਅੰਦੋਲਨ ਦੇ ਜਿਹੜੇ ਲੀਡਰ ਆ ਉਹਨਾਂ ਨੂੰ ਆਪਣੀ ਹਮਦਰਦੀ ਜ਼ਾਹਰ ਕੀਤੀ ਹੈ। ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਜਰਮਨ, ਫਰਾਂਸ, ਸਭ ਜਗ੍ਹਾ 'ਤੇ ਜਿਹੜਾ ਇਹ ਅੰਦੋਲਨ ਜਿਹੜਾ ਹੁਣ ਫੈਲ ਚੁੱਕਾ। ਔਰ ਇਸ ਅੰਦੋਲਨ ਦੇ ਨਾਲ ਸਰਕਾਰ ਵੱਲੋਂ ਜੇ ਉਹ ਸਮਝਦੀ ਹੋਵੇ ਵੀ ਅਸੀਂ ਕੋਈ ਜ਼ਿਆਦਤੀ ਕਰ ਜਾਵਾਂਗੇ, ਜਿਵੇਂ ਅੱਗੇ ਇਹਨਾਂ ਨੇ ਅੰਦੋਲਨ ਦਬਾਏ ਨੇ, ਜਿਵੇਂ ਸ਼ਾਹੀਨ ਬਾਗ ਦਾ ਅੰਦੋਲਨ ਹੈ ਜਾਂ ਹੋਰ ਦੂਸਰੇ ਛੋਟੇ ਮੋਟੇ ਅੰਦੋਲਨ ਇਹਨਾਂ ਨੇ ਦਬਾਏ ਨੇ, ਤਾਕਤ ਦੇ ਬਲ 'ਤੇ ਦਬਾਏ ਨੇ, ਕਾਲੇ ਕਾਨੂੰਨ ਜਿਹੜੇ ਲਿਆਂਦੇ ਸੀ ਉਹਨਾਂ ਦੇ ਬਲ 'ਤੇ ਦਬਾਏ ਨੇ, ਲੋਕਾਂ ਦੀ ਆਵਾਜ਼ ਬੰਦ ਕੀਤੀ ਹੈ। ਅਤੇ ਮੈਨੂੰ ਨਹੀਂ ਲੱਗਦਾ ਕਿ ਇਸ ਅੰਦੋਲਨ ਨਾਲ ਕੋਈ ਇਹੋ ਜਿਹੀ ਉਹ ਗੁਸਤਾਖੀ ਕਰਨਗੇ, ਪਰ ਜੇ ਕਰਨਗੇ ਤਾਂ ਨਿਸ਼ਚਿਤ ਤੌਰ 'ਤੇ ਮੈਂ ਸਮਝਦਾ ਕਿ ਇਹ 100 ਸਾਲ ਦੀ ਜਿਹੜੀ RSS ਦੀ ਕਮਾਈ ਹੈ ਉਹ ਸਾਰੀ ਇਸ ਅੰਦੋਲਨ ਦੇ ਵਿੱਚ ਰੁੜ ਜਾਏਗੀ। ਔਰ RSS ਮੈਨੂੰ ਲੱਗਦਾ ਐਡਾ ਵੱਡਾ ਖਤਰਾ ਮੁੱਲ ਨਹੀਂ ਲਏਗਾ ਕਿ ਆਪਣੀ 100 ਸਾਲ ਦੀ ਜਿਹੜੀ ਕਮਾਈ ਆ ਉਹ ਇਕੱਲੇ ਮੋਦੀ ਨੂੰ ਔਰ ਇਹਨਾਂ 2 ਬੰਦਿਆਂ ਨੂੰ ਪ੍ਰੋਟੈਕਟ ਕਰਨ ਵਾਸਤੇ ਆਪਣੀ ਜ਼ਾਇਆ ਕਰਨ। ਉਹ ਮੈਨੂੰ ਇਹਦੇ ਵਿੱਚੋਂ ਕੁਝ ਦੂਸਰੀਆਂ ਸੰਭਾਵਨਾਵਾਂ ਵੀ ਨਜ਼ਰ ਆਉਂਦੀਆਂ। ਹੋ ਸਕਦਾ ਹੈ ਕਿ ਇਹ ਪਾਰਟੀ ਦੇ ਅੰਦਰ ਹੀ ਕੋਈ ਬਗਾਵਤ ਕਰਾ ਦੇਣ, BJP ਦੇ ਅੰਦਰ ਹੀ ਕੋਈ ਬਗਾਵਤ ਕਰਾ ਕੇ ਸਰਕਾਰ ਆਪ ਖੁਦ ਤੁੜਵਾ ਸਕਦੇ ਆ, ਕਿਉਂਕਿ RSS ਦੀ ਸਾਰੀ ਕਮਾਈ ਦਾ 'ਤੇ ਲੱਗੀ ਹੋਈ ਹੈ। ਇਸ ਲਈ ਸਾਨੂੰ ਜਿਹੜਾ ਹੈ ਇਸ ਅੰਦੋਲਨ ਤੋਂ ਜਿਹੜਾ ਨਾ ਇਸ ਨੂੰ ਵਾਚ ਕਰਨਾ ਚਾਹੀਦਾ, ਸਾਨੂੰ ਵੀ ਇਸ ਨੂੰ ਮਤਲਬ ਤਹੱਮਲ ਨਾਲ ਚਲਾਉਣਾ ਚਾਹੀਦਾ। ਜਿਹੜਾ ਪ੍ਰੈਸ਼ਰ ਹੁੰਦਾ ਅੰਦੋਲਨਾਂ ਦਾ ਉਹ ਬਣਾਈ ਰੱਖਣਾ ਚਾਹੀਦਾ। ਪ੍ਰੈਸ਼ਰ ਸਾਡੇ ਲੀਡਰਾਂ ਨੇ ਬਣਾ ਦਿੱਤਾ ਹੈ। ਹੁਣ ਦੇਖੋ ਆਉਣ ਵਾਲੇ ਸਮੇਂ 'ਚ ਕੀ ਨਿਕਲਦਾ, ਦੇਖਦੇ ਹਾਂ। ਤਾਂ ਬਾਬਾ ਜੀ ਦਾ ਕਹਿਣਾ ਹੈ ਕਿ ਪ੍ਰੈਸ਼ਰ ਜਿਹੜਾ ਹੈ ਸਰਕਾਰ ਦੇ ਉੱਤੇ ਬਣਾਇਆ ਰਹਿਣਾ ਚਾਹੀਦਾ ਹੈ। ਕੈਮਰਾਮੈਨ ਮਨਪ੍ਰੀਤ ਸਿੰਘ ਦੇ ਨਾਲ ਬਲਕਰਨ ਸਿੰਘ ਡੱਬ ਵਾਲੀ, ਗਾਜ਼ੀਪੁਰ ਬਾਰਡਰ, ਦਿੱਲੀ।